ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਹਰ ਰਸ ਛੋੜ ਹੋਛੈ ਰਸ ਮਾਤਾ, ਘਰ ਮੈਂ ਵਸਤ ਬਾਹਰੀ ਉੱਠ ਜਾਤਾ। ਸੁਣੀ ਨ ਜਾਈ ਸਚ ਅੰਮ੍ਰਿਤ ਕਥਾ, ਰਾਰ ਕਰਤ ਝੂਠੀ ਲਗ ਗਾਥਾ। ਵਜੋਂ ਸਾਹਿਬ ਕਾ ਸੇਵ ਬਿਰਾਨੀ, ਐਸੇ ਗੁਣ ਅਸ਼ਾਦਿਓ ਪ੍ਰਾਨੀ। ਤਿਸ ਸਿਉ ਲੋਕ ਜੋ ਸਦ ਹੀ ਸੰਗੀ, ਕਾਮ ਨ ਆਵੈ ਸੋ ਫਿਰ ਫਿਰ ਮੰਗੀ। ਕਹੋ ਨਾਨਕ ਪ੍ਰਭ ਦੀਨ ਦਿਆਲਾ, ਜਿਉ ਭਾਵੈ ਤਿਉ ਕਰ ਪ੍ਰਤਪਾਲਾ। ਜਿਉ ਭਾਵੈ ਤਿਉ ਕਰ ਪ੍ਰਤਪਾਲਾ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਨਾਮ ਸੁਨਤ ਨਾਮ ਸੁਨਤ ਦਰਦ ਦੁਖ ਲਥਾ। ਜ਼ਹਰਾ ਜ਼ਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ ਸਮਰੱਥ ਗੁਰੂ। ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ ਗਿਆਨ ਦੇ ਸਾਗਰ, ਗੁਰੂਆਂ ਦੇ ਗੁਰੂ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਜੁੜ ਰਹੀ ਸਾਧ ਸੰਗਤ ਜੀ, ਧੰਨਤਾ ਦੇ ਯੋਗ ਵਡਭਾਗੇ ਹੋ। ਗੁਰੂ ਸਾਹਿਬ ਨੇ ਮਿਹਰ ਦਇਆ ਕੀਤੀ ਹੈ, ਜੀਵਨ ਸਵਾਸ ਬਖਸ਼ੇ ਹਨ ਔਰ ਮਹਾਰਾਜ ਨੇ ਆਪਣੀ ਗੋਦ ਬਖਸ਼ੀ ਹੈ। ਭਾਗਾਂ ਵਾਲਿਆਂ ਨੂੰ ਮਿਲਦੀ ਸਤ ਸੰਗ ਦੀ ਘੜੀ। ਬਹੁਤ ਭਾਗਾਂ ਤੇ ਕਰਮਾਂ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਸਤ ਸੰਗ ਮਿਲਿਆ ਕਰਦੀ ਹੈ। ਉਹ ਲੋਕ ਬਹੁਤ ਚੰਗੇ ਹੁੰਦੇ ਹਨ ਜਿਹੜੇ ਸੱਚ ਨਾਲ ਜੁੜਦੇ ਹਨ। ਉਹਨਾਂ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਅਤੇ ਖੁਸ਼ੀ ਸਦਾ ਰਹਿੰਦੀ ਹੈ। ਜਿਹੜੇ ਆਪਣੇ ਇਸ਼ਟ ਰੱਬ ਨੂੰ
ਚੇਤੇ ਰੱਖਦੇ ਹਨ। ਉਸ ਨੂੰ ਚੇਤੇ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਚੇਤੇ ਹਮੇਸ਼ਾ ਉਸ ਨੂੰ ਰੱਖਿਆ ਜਾਂਦਾ ਹੈ ਜੋ ਸਾਡੇ ਲਈ ਕੁਝ ਨਾ ਕੁਝ ਕਰਦਾ ਹੈ, ਸਾਨੂੰ ਕੁਛ ਦਿੰਦਾ, ਸਾਡੀ ਇੱਜ਼ਤ ਕਰਦਾ, ਮਾਣ ਕਰਦਾ, ਸਾਡੀ ਜੋ ਕਾਮਨਾ ਹੁੰਦੀ ਹੈ ਉਹਦੀ ਪੂਰਤੀ ਕਰਦਾ। ਇਸ ਕਰਕੇ ਦੁਨਿਆਵੀ ਤੌਰ 'ਤੇ ਅਸੀਂ ਉਸ ਨੂੰ ਯਾਦ ਕਰਦੇ ਹਾਂ, ਉਸ ਮਨੁੱਖ ਨੂੰ ਜਿਹੜਾ ਕੋਈ ਸਾਨੂੰ ਉਧਾਰ ਪੈਸੇ ਦੇ ਦਿੰਦਾ, ਜਿਹੜਾ ਕੋਈ ਵਿਆਜ 'ਤੇ ਪੈਸੇ ਦੇ ਦਿੰਦਾ, ਜਿਹੜਾ ਕੋਈ ਵੈਸੇ ਮਦਦ ਕਰ ਦਿੰਦਾ, ਅਸੀਂ ਉਸ ਨੂੰ ਚੇਤੇ ਰੱਖਦੇ ਹਾਂ। ਸਾਨੂੰ ਚੇਤੇ ਰੱਖਣਾ ਚਾਹੀਦਾ। ਦੁਨਿਆਵੀ ਤੌਰ 'ਤੇ ਜਦੋਂ ਕੋਈ ਸਾਡੀ ਹੈਲਪ ਮਦਦ ਕਰ ਦੇਵੇ, ਅਸੀਂ ਉਸ ਦੇ ਅਹਿਸਾਨਮੰਦ ਹੁੰਦੇ ਹਾਂ, ਕਦੇ ਉਸ ਨੂੰ ਭੁੱਲਦੇ ਨਹੀਂ, ਹਮੇਸ਼ਾ ਉਸ ਨੂੰ ਯਾਦ ਰੱਖਦੇ। ਉਹ ਚੇਤੇ ਵਿੱਚ ਰਹਿੰਦਾ ਵੀ ਫਲਾਨਾ ਇਨਸਾਨ ਬੰਦਾ ਸਾਡੀ ਮਦਦ ਕਰਦਾ ਸੀ ਜਾਂ ਕਰਦਾ ਹੈ, ਕਦੇ ਵੀ ਉਹ ਖਾਲੀ ਨਹੀਂ ਵਾਪਸ ਮੋੜਦਾ। ਇਸ ਲਈ ਸਾਡਾ ਜਿਹੜਾ ਉਹਦੇ ਪ੍ਰਤੀ ਸਤਿਕਾਰ ਜਿਹੜਾ ਉਹ ਬਣਿਆ ਰਹਿੰਦਾ। ਅਤੇ ਇਸੇ ਤਰ੍ਹਾਂ ਹੀ ਮਾਲਕ ਹੈ, ਬਾਣੀ ਦੇ ਵਿੱਚ ਵਾਰ-ਵਾਰ ਲਿਖਿਆ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਉਹ ਮਾਲਕ ਜਿਹੜਾ ਸਾਡੇ ਸਾਹ ਚਲਾਈ ਰੱਖ ਰਿਹਾ, ਜਿਹਨੇ ਸਾਡੇ ਸਾਹ ਚਲਾਏ ਹੋਏ ਨੇ, ਜਿਸ ਨੇ ਸਾਡਾ ਜੀਵਨ ਬਣਾ ਕੇ ਰੱਖਿਆ ਹੋਇਆ, ਅਜੇ ਤੱਕ ਜੀਵਨ ਜੋਤ ਜਗ ਰਹੀ ਹੈ, ਜਿਹੜਾ ਸਾਨੂੰ ਖਾਣ ਨੂੰ ਪਹਿਨਣ ਨੂੰ ਸਭ ਕੁਛ ਦੇ ਰਿਹਾ ਹੈ, ਔਰ ਜਿਹੜਾ ਸਾਡੀ ਰੱਖਿਆ ਵੀ ਕਰ ਰਿਹਾ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਇਸ ਲਈ ਉਸ ਮਾਲਕ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ। ਇਹ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ, ਇਹ ਬਾਣੀ ਦਾ ਫਰਮਾਨ ਵੀ ਹੈ। ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਉਸ ਮਾਲਕ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸੋ ਇਸ ਲਈ ਜੋ ਵੀ ਮਾਲਕ ਆਪਣੇ ਨੂੰ ਯਾਦ ਕਰਦਾ, ਆਪਣੇ ਪਰਮੇਸ਼ਰ ਨੂੰ ਯਾਦ ਕਰਦਾ, ਉਹ ਬਹੁਤ ਅੱਛਾ ਇਨਸਾਨ ਹੈ, ਬਹੁਤ ਚੰਗਾ ਇਨਸਾਨ ਹੈ। ਜੋ ਆਪਣੇ ਗੁਰੂ ਦਾ ਸ਼ੁਕਰਾਨਾ ਕਰਦਾ ਹੈ, ਜੋ ਆਪਣੇ ਗੁਰੂ ਦਾ ਅਹਿਸਾਨਮੰਦ ਰਹਿੰਦਾ ਹੈ, ਉਸ 'ਤੇ ਉਹ ਪਰਮਾਤਮਾ ਗੁਰੂ ਜਿਹੜਾ ਹੈ ਹਮੇਸ਼ਾ ਹੀ ਪ੍ਰਸੰਨ ਰਹਿੰਦਾ ਹੈ। ਸੋ ਇਸ ਲਈ ਅਸੀਂ ਗੁਰੂ ਦੇ ਪਾਸ ਆਉਂਦੇ ਹਾਂ, ਰੋਜ਼ ਆਉਂਦੇ ਹਾਂ, ਅਤੇ ਗੁਰੂ ਸਾਹਿਬ ਵੀ ਸਾਡੇ 'ਤੇ ਬਹੁਤ ਦਇਆ ਕਰਦੇ ਨੇ, ਉਹ ਵੀ ਸਾਡੀ ਕੋਈ ਵੀ ਕਮੀ ਰਹਿਣ ਨਹੀਂ ਦਿੰਦੇ। ਸੋ ਇਸ ਲਈ ਮੈਂ ਬੇਨਤੀ ਕਰ ਰਿਹਾ ਸੀ, ਉਹ ਜੀਵ ਵਡਭਾਗੇ ਹੁੰਦੇ ਹਨ ਜਿਨ੍ਹਾਂ ਨੂੰ ਸੰਗਤ ਮਿਲਿਆ ਕਰਦੀ ਹੈ, ਜਿਨ੍ਹਾਂ ਨੂੰ ਕੋਈ ਸਤਸੰਗੀ ਰੂਹਾਂ ਮਿਲਦੀਆਂ ਹਨ, ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਚੰਗੇ ਇਨਸਾਨ ਮਿਲਦੇ ਨੇ, ਉਹ ਬਹੁਤ ਬੰਦੇ ਭਾਗਾਂ ਵਾਲੇ ਹੋਇਆ ਕਰਦੇ ਹਨ। ਸੋ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਮਿਲ ਜਾਂਦੀ ਹੈ, ਉਹ ਤਾਂ ਹੈ ਹੀ ਭਾਗਾਂ ਵਾਲਾ। ਇਸ ਲਈ ਸਾਡੇ ਭਾਗ ਬਣਦੇ ਵੀ ਗੁਰੂ ਕੋਲ ਨੇ, ਜਾਗਦੇ ਵੀ ਗੁਰੂ ਕੋਲ ਹੀ ਹਨ। ਸਾਡੇ ਭਾਗ ਗੁਰੂ ਹੀ ਬਣਾਉਂਦਾ, ਗੁਰੂ ਹੀ ਸਾਡੇ ਭਾਗ ਨੂੰ ਜਗਾਉਂਦਾ ਹੈ। ਸੋ ਬੜੀ ਵਾਰ ਅਸੀਂ ਸਰਵਣ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ, ਜਦੋਂ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਦੇ ਹਾਂ, ਅਤੇ ਸਾਡੇ ਕਰਮ ਜਿਹੜੇ ਨੇ ਉਹ ਬਣਦੇ ਨੇ, ਨਾਲੋਂ ਨਾਲ ਕਰਮ ਬਣੀ ਜਾਂਦੇ ਨੇ, ਨਾਲੋਂ ਨਾਲ ਹੀ ਕਰਮਾਂ ਦਾ ਲੇਖਾ ਵੀ ਨਿਬੇੜੀ ਜਾਂਦਾ ਮਾਲਕ। ਜਿਹੜੇ ਸਾਡੇ ਕਰਮ ਹੁੰਦੇ ਆ ਨਾ, ਜਦੋਂ ਅਸੀਂ ਬਾਣੀ ਸੁਣਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ, ਅਤੇ ਮਹਾਰਾਜ ਜੀ ਕਹਿੰਦੇ ਤਿਨਕਾ ਲੇਖਾ ਨਿਬੜਿਆ, ਉਹਦਾ ਲੇਖਾ ਨਿਬੜ ਜਾਂਦਾ, ਨਿਬੇੜ ਦਿੰਦਾ ਮਹਾਰਾਜ। ਜੋ ਵਾਹਿਗੁਰੂ ਦੇ ਚਰਨਾਂ ਦੇ ਨਾਲ ਲੱਗਦਾ ਜਾਂ ਜੁੜਦਾ,
ਉਹਨਾਂ ਦਾ ਲੇਖਾ ਜਿਹੜਾ ਹੈ ਉਹ ਨਾਲੋਂ ਨਾਲ ਨਿਬੇੜ ਦਿੱਤਾ ਜਾਂਦਾ। ਜਿਵੇਂ ਕੋਈ ਉਧਾਰ ਲਿਆਵੇ ਨਾਲੋਂ ਨਾਲ ਦੇਈ ਜਾਵੇ ਤੇ ਠੀਕ ਰਹਿੰਦਾ, ਨਹੀਂ ਤੇ ਕਰਜ਼ਾ ਸਿਰ ਤੇ ਚੜ੍ਹ ਜਾਂਦਾ ਹੈ। ਤੇ ਗੁਰੂ ਸਾਹਿਬ ਵੀ ਨਾਲੋਂ ਨਾਲ ਹੀ ਸਾਡੇ ਤੇ ਮਿਹਰ ਕਰਕੇ ਸਾਨੂੰ ਹਲਕਾ ਕਰ ਦਿੰਦੇ ਨੇ, ਸਾਨੂੰ ਮਤਲਬ ਹਮੇਸ਼ਾ ਦੇ ਲਈ ਖੁਸ਼ ਕਰ ਦਿੰਦੇ ਨੇ, ਪ੍ਰਸੰਨ ਕਰ ਦਿੰਦੇ ਨੇ। ਇਹ ਗੁਰੂ ਪਾਤਸ਼ਾਹ ਦਾ ਬਿਰਦ ਹੈ। ਸੋ ਗੁਰੂ ਸਾਹਿਬ ਮਿਹਰ ਕਰਨ। ਔਰ ਲੜੀਵਾਰ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਸ਼ਬਦ ਅਸੀਂ ਸਰਵਣ ਕੀਤਾ ਪੰਜਵੇਂ ਪਾਤਸ਼ਾਹ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 376 ਦੇ ਉੱਪਰ ਸ਼ਬਦ ਅੰਕਿਤ ਹੈ। ਆਸਾ ਮਹੱਲਾ ਪੰਜਵਾਂ। ਹਰ ਰਸ ਛੋੜ ਹੋਸ਼ੇ ਰਸ ਮਾਤਾ, ਘਰ ਮੈਂ ਵਸਤ ਬਾਹਰ ਉੱਠ ਜਾਤਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਹਿਲੀ ਪੰਕਤੀ ਵਿੱਚ ਫਰਮਾਨ ਕਰਦੇ ਹਨ, ਮਨੁੱਖ ਪਰਮਾਤਮਾ ਦੇ ਨਾਮ ਦੇ ਰਸ ਨੂੰ ਛੱਡ ਕੇ ਦੁਨੀਆ ਦੇ ਉਸ ਰਸ ਵੱਲ ਜਾ ਰਿਹਾ ਹੈ ਜਿਹੜਾ ਮੁੱਕ ਜਾਂਦਾ, ਛੇਤੀ ਖਤਮ ਹੋ ਜਾਂਦਾ। ਦੁਨੀਆ ਦਾ ਉਹ ਰਸ ਜਿਹੜਾ ਬਹੁਤ ਛੇਤੀ ਖਤਮ ਹੋ ਜਾਂਦਾ, ਜਿਹੜਾ ਪੂਰਾ ਰਸ ਲੈ ਵੀ ਨਹੀਂ ਸਕਦਾ। ਤੇ ਉਸ ਰਸ ਵੱਲ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਇਹ ਮਸਤ ਹੋਇਆ ਫਿਰਦਾ, ਤੁਰਿਆ ਫਿਰਦਾ। ਦੁਨੀਆ ਵਿੱਚ ਕਿਹੜੇ ਇਨਸਾਨ ਨੇ, ਕੌਣ ਨੇ ਜਿਹੜੇ ਗੁਰਬਾਣੀ ਨੂੰ ਸੁਣਨਾ ਪਸੰਦ ਕਰਦੇ ਨੇ? ਉਹ ਬਿਰਲੇ ਬਿਰਲੇ ਨੇ। ਕੁਝ ਮਿੰਟ, ਕੁਝ ਸਕਿੰਟ ਬਾਣੀ ਸੁਣੀ ਤੇ ਫਿਰ ਹੋਰ ਕੁਝ ਸੁਣਨਾ ਸ਼ੁਰੂ ਕਰ ਦਿੱਤਾ। 2 4 5 10 20 ਮਿੰਟ ਬਾਣੀ ਸੁਣੀ ਤੇ ਮਨ ਨੂੰ ਸਮਝਾ ਲਿਆ ਵੀ ਅਸੀਂ ਬਾਣੀ ਵੀ ਸੁਣੀ ਹੈ। ਬਾਣੀ ਕਿੰਨਾ ਚਿਰ ਸੁਣੀ ਹੈ ਤੇ ਮੋਬਾਈਲ ਕਿੰਨਾ ਚਿਰ ਦੇਖਿਆ, ਟੀਵੀ ਕਿੰਨਾ ਚਿਰ ਵੇਖਿਆ, ਗੱਲਾਂ ਕਿੰਨਾ ਚਿਰ ਕੀਤੀਆਂ, ਇਹ ਜਿਹੜਾ ਕੰਪੈਰੀਜ਼ਨ ਕਰਨਾ ਚਾਹੀਦਾ। ਸਿਰਫ ਮਨ ਨੂੰ ਸਮਝਾਉਣਾ ਨਹੀਂ, ਕੇਵਲ ਵੀ ਅਸੀਂ ਬਾਣੀ ਪੜ੍ਹ ਲਈ ਹੈ, ਵੀ ਇੰਨੇ ਚਿਰ ਪੜ੍ਹੀ। ਹੁਣ ਇੰਨਾ ਚਿਰ ਪੜ੍ਹ ਕੇ ਤੇ ਦੂਸਰੇ ਨੂੰ ਅਸੀਂ ਵਾਰੀ ਨਾ ਆਉਂਦੀ ਹੈ ਵੀ ਮੇਰੇ ਵਰਗਾ ਹੁਣ ਕੋਈ ਨਿਤਨੇਮੀ ਨਹੀਂ। ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਵਿਰਲੇ ਵਿਰਲੇ ਜੱਗ ਦੇ ਵਿੱਚ ਜਿਹੜੇ ਰਸ ਲੈਂਦੇ ਨੇ, ਵਿਰਲੇ ਵਿਰਲੇ ਨੇ ਜਿਹੜੇ ਮਨ ਕਰਕੇ ਮਹਾਰਾਜ ਨੂੰ ਯਾਦ ਕਰਦੇ ਨੇ, ਵਿਰਲੇ ਵਿਰਲੇ ਨੇ ਜਿਹੜੇ ਸੱਚ ਨੂੰ ਸੁਣਨਾ ਪਸੰਦ ਕਰਦੇ ਨੇ, ਚੰਗਾ ਸਮਝਦੇ ਨੇ। ਉਹ ਵਿਰਲੇ ਹੁੰਦੇ ਨੇ। ਜਿਹੜੇ ਉਹ ਵਿਰਲੇ ਹੁੰਦੇ ਨੇ ਨਾ, ਵਿਰਲੇ ਹੀ ਖਾਸ ਹੁੰਦੇ ਨੇ, ਭੀੜ ਖਾਸ ਨਹੀਂ ਹੁੰਦੀ। ਉਹਨਾਂ ਦੇ ਵਿੱਚ ਜਿਹੜੇ ਵਿਰਲੇ ਵਿਰਲੇ ਹੁੰਦੇ ਨੇ ਉਹ ਖਾਸ ਹੁੰਦੇ ਨੇ। ਜਿਵੇਂ ਤੁਸੀਂ ਬੜੀ ਵਾਰ ਸੁਣਿਆ ਵੀ 80,000 ਦਾ ਇਕੱਠ ਸੀ ਅਨੰਦਪੁਰ ਸਾਹਿਬ ਦੇ ਵਿੱਚ, ਬਹੁਤ ਜ਼ਿਆਦਾ ਇਕੱਠ ਸੀ। ਉਹਨਾਂ ਦੇ ਵਿੱਚ 5 ਜਿਹੜੇ ਸੀ ਉਹ ਵਿਰਲੇ ਸੀ, ਉਹਨਾਂ ਨੂੰ ਵਿਰਲੇ। ਤੇ ਜਿਹੜੇ ਉਹ ਵਿਰਲੇ ਨੇ ਉਹ ਖਾਸ ਹੁੰਦੇ ਨੇ, ਖਾਸ। ਜਿਹੜੇ ਗੁਰੂ ਦੀ ਬਾਣੀ ਸੁਣਦੇ ਨੇ ਉਹ ਵਿਰਲੇ ਹੁੰਦੇ ਨੇ। ਬਾਣੀ ਵਿੱਚ ਲਿਖਿਆ, ਜੱਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ। ਉਹ ਖਾਸ ਹੁੰਦੇ ਨੇ। ਜਿਹੜੇ ਕਿਸੇ ਸਿਆਣੇ ਦੀ ਗੱਲ ਸੁਣਦੇ ਨੇ ਉਹ ਵੀ ਖਾਸ ਹੁੰਦੇ ਨੇ। ਜੋ ਕਿਸੇ ਚੰਗੇ ਬੰਦੇ ਦੀ ਸੰਗਤ ਕਰਦੇ ਨੇ ਉਹ ਇਨਸਾਨ ਵੀ ਖਾਸ ਹੁੰਦੇ ਨੇ, ਕਿਉਂਕਿ ਚੰਗੀ ਸੋਚ ਵਾਲਾ ਹੀ ਚੰਗੀ ਸੋਚ ਵਾਲੇ ਨੂੰ ਸੁਣਦਾ। ਚੰਗਾ ਬੰਦਾ ਹੀ ਚੰਗਾ ਸੌਦਾ ਖਰੀਦਦਾ। ਜਿਹੜਾ ਖੁਦ ਚੰਗਾ ਨਹੀਂ, ਉਹ ਚੰਗੇ ਬੰਦੇ ਨੂੰ ਪਸੰਦ ਵੀ ਨਹੀਂ ਕਰਦਾ, ਉਸ ਦੀ ਗੱਲ ਵੀ ਨਹੀਂ ਸੁਣਦਾ, ਉਸ ਨੂੰ ਦੇਖਣਾ ਵੀ ਨਹੀਂ ਚਾਹੁੰਦਾ। ਸੋ ਗੁਰੂ ਸਾਹਿਬ ਜੋ ਪੰਕਤੀ ਵਿੱਚ ਫਰਮਾਨ ਕਰਦੇ ਹਨ, ਹਰ ਰਸ ਛੋੜ, ਪਰਮਾਤਮਾ ਦੇ ਰਸ ਨੂੰ ਛੱਡ ਕੇ ਮਨੁੱਖ ਮਸਤ ਹੋਇਆ ਪਿਆ ਸੰਸਾਰ ਦੇ ਰਸਾਂ ਦੇ ਵਿੱਚ। ਕੱਲ੍ਹ ਵੀ ਅਸੀਂ ਰਸ ਦੇ ਸੰਬੰਧ ਵਿੱਚ ਪੰਕਤੀ ਪੜ੍ਹੀ ਸੀ। ਮਨੁੱਖ ਮਸਤ ਹੋਇਆ ਪਿਆ ਸੰਸਾਰ ਦੇ ਰਸਾਂ ਦੇ ਵਿੱਚ, ਉਹਨੂੰ ਸੰਸਾਰ ਦੇ ਰਸਾਂ ਦੇ ਵਿੱਚੋਂ
ज़्यादा खुशी मिलती है, परमात्मा के नाम दे विचों उन्नी नहीं मिलती। इस करके जिहड़ी चीज़ नूं बंदा ज़्यादा करदा है, इहदा मतलब उत्थों इनू ज़्यादा खुशी मिलती है। जिस दे कोल ज़्यादा बैठे फिर बंदा कह सकदा भी ये इस नूं ज़्यादा चाहुंदा है, इहदे नाल ज़्यादा प्यार है। जिस कोल बैठे ही ना तो बंदा कह दिंदा भी इहदा उहदे नाल मन मेल नहीं खांदा। जिस दे कोल बैठे, जिसनों अपने कोल बिठावे वाहवा समा, तो देखण वाला भी कह दिंदा भी ये उहदे कोल बैठा रहिंदा, इहदा उस नाल वाहवा बाहला ज़्यादा प्यार है। तो गुरु साहब जी कहते ने किहड़ा गुरु दे कोल ज़्यादा बहिंदा है, जिस पास बैठिया सोही है सबना दा वेसा। मतलब कहने दा मन जिहड़ा है एक बहुत वड्डे भुलेखे दे विच है। मैनू खुशी सुख आनंद जिहड़ा संसार दे विचों मिलना इदां लगदा, मैनू भी लगदा, तुहानू भी लगदा। मैनू ज़्यादा खुशी अपने बच्चों चों, अपने धीआं पुत्रां चों, नूहां चों जां होर शरीके दे विचों मिलनी है, कदे भी नहीं। जिहड़ी खुशी गुरु को मिलती है, ना पुत्तां को, ना धीआं को, ना शरीके चों, ना होर कोई रिश्तेदारी चों, किधरों भी नहीं मिलती। क्योंकि मैं नहीं कहता, नौवें पातशाह कहते हैं। नौवें पातशाह कहते जे तू पूर्ण खुशी लैनी है तेनों घर दे विचों मिलनी नहीं, वो थोड़े समय के लिए होनी है। क्योंकि नौवें पातशाह जी फरमान करते हैं, जगत में झूठी देखी प्रीत अपने सुख स्यों ही सब लग गए, क्या दारा क्या उम्मीद। न्याणे नूं, बच्चिਆਂ ਨੂੰ ਕਿਸੇ ਨੂੰ ਖਰਚਣ ਨੂੰ पैसे ना दिते जाण किधरे, वो नाराज़ हो जाते हैं, वो मूँह नहीं करते। ठीक है जी, किसी की गर्ज पूरी ना की जाए वो नाराज़ हो जाता। इसका मतलब खुशी नहीं है संसार दे विच, प्रीत झूठी है, लोड़ा करके प्रीतां ने ज़्यादा। सो गुरु साहब जी कहते इस करके मनुख जिहड़ा एक भरम करके मस्त होया पिया संसार दे विचों खुशी लभ रहा, ते असल दे विच घर में है वस्त बाहर उठ जाता। वो जिहड़ी खुशी सी, जिहड़ा रस सी इहदे घर दे विच सी, जिवें कहंदे ने मिर्ग दी धुनी दे विच कहंदे ने वो कस्तूरी है, ते ओहदी वाशना नूं जंगलां दे विच लभदा फिरदा, ओहदे कोल ही है। ते सच जिहड़ा है महाराज जी कहंदे इहदे कोल है। रस जिहड़ा असली रस जिन्हों महारस कहंदे हन, इस दे कोल ही है। घर में है वस्त बाहर उठ जाता। वो बड़ी महंगी जिहड़ी वस्तु है घर दे विच है, ते सतगुरु जी कहंदे ये उस नूं लभण दे लई, प्राप्त करन दे लई बाहर नूं उठ के दौड़ पैंदा है। बाहर नूं दौड़ पैंदा है। गुरु साहब ने बाणी विच लिखिया, बाहर नहीं सब किश घर में बाहर नाहीं, बाहर टोले सो भरम भुलाए। जे किसी नूं अपने प्रश्न का उत्तर मिलना है तो उन्होंने अपने अंदरों मिलना है। ध्यान देना, जे किसी नूं अपने प्रश्न का उत्तर मिलना है तो उसनों अपने अंदरों मिलना। जे किसी नूं खुशी मिलनी है तो उसनों अपने अंदरों मिलनी है। जे किसी नूं तंदुरुस्ती मिलनी है तो उसनों अपने अंदरों मिलनी है, अपने अंदरों ही मिलनी है। तो हुण ये समझना मनुख नूं पएगा भी मैं वो खुशी किस तरह अंदरों लभनी है। बड़ियां उदाहरणां असीं सरवण करते हैं भी धरती विच बीज बीज के ही सानू फसल मिलनी है, बगैर बीज तो फसल नहीं मिलनी। भावें धरती साढ़े को 20 किले होवे, बीज बीज के ही सानू फसल मिलनी है, उहदा नफा मिलना है। ते अंदर साडी हिरदे रूपी धरती है। महाराज जी कहते जदों ये विच कर्म दा बीज बीजेगा, मन हाली किरसानी करनी, शर्म पानी तन खेत।
ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਜਦੋਂ ਤੂੰ ਆਪਣੇ ਹਿਰਦੇ ਰੂਪੀ ਧਰਤੀ 'ਤੇ ਕਰਮ ਰੂਪੀ ਬੀਜ ਬੀਜੇਗਾ ਤੇ ਫਿਰ ਹੀ ਤੈਨੂੰ ਅਸਲ ਦਾ ਪਤਾ ਲੱਗਣਾ, ਫਿਰ ਹੀ ਤੈਨੂੰ ਸੱਚ ਦਾ ਪਤਾ ਲੱਗਣਾ। ਇਸ ਕਰਕੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਹਿਰਦੇ ਰੂਪੀ ਧਰਤੀ 'ਤੇ ਨਾਮ ਦਾ ਬੀਜ ਬੀਜ, ਫਿਰ ਇਸ ਤੋਂ ਬਾਅਦ ਤੈਨੂੰ ਬੀਜ ਦੇ ਵਿੱਚੋਂ ਕਿਹੜਾ ਰਸ ਮਿਲਦਾ, ਕਿਹੜਾ ਪੌਦਾ ਮਿਲਦਾ, ਕਿਹੜਾ ਫਲ ਲੱਗਦਾ, ਉਸੇ ਤਰ੍ਹਾਂ ਦਾ ਹੀ ਰਸ ਤੈਨੂੰ ਮਿਲੇਗਾ। ਬੀਜ ਬੀਜਣਾ ਪਵੇਗਾ। ਜ਼ਮੀਨ ਜਿੰਨੀ ਮਰਜ਼ੀ ਹੋਵੇ ਉਸ 'ਤੇ ਸਾਨੂੰ ਹੱਲ ਚਲਾਉਣਾ ਪਏਗਾ, ਸੁਹਾਗਾ ਮਾਰਨਾ ਪਏਗਾ, ਸਿੰਚਾਈ ਕਰਨੀ ਪਏਗੀ ਅਤੇ ਫਸਲ ਉਗਾਉਣੀ ਪਏਗੀ। ਉਹਦੇ ਤੋਂ ਬਾਅਦ ਹੀ ਫਸਲ ਦੇ ਵਿੱਚੋਂ ਕਿਹੜਾ ਰਸ ਮਿਲਦਾ ਉਹ ਬਾਅਦ ਦੀਆਂ ਗੱਲਾਂ ਹਨ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਵੀ ਘਰ ਮੈਂ ਵਸਤ ਬਾਹਰ ਉੱਠ ਜਾਤਾ। ਘਰ ਵਿੱਚ ਸਭ ਕੁਝ ਹੁੰਦੇ ਹੋਏ ਇਹ ਉੱਠ ਕੇ ਬਾਹਰ ਚਲਾ ਜਾਂਦਾ ਵੀ ਮੈਨੂੰ ਬਾਹਰੋਂ ਪ੍ਰਾਪਤ ਹੋਵੇਗਾ। ਜਿੰਨੇ ਮਹਾਤਮਾ ਹੋਏ ਨੇ, ਸਾਡੇ ਗੁਰੂ ਹੋਏ ਨੇ, ਉਹਨਾਂ ਨੇ ਜਦੋਂ ਵੀ ਜੋ ਕੁਝ ਵੀ ਪ੍ਰਾਪਤ ਕੀਤਾ ਉਹਨਾਂ ਨੇ ਆਪਣੇ ਘਰ ਵਿੱਚ ਰਹਿ ਕੇ ਹੀ ਪ੍ਰਾਪਤ ਕੀਤਾ। ਮਤਲਬ ਆਪਣੇ ਅੰਦਰੋਂ ਹੀ ਪ੍ਰਾਪਤ ਕੀਤਾ। ਉਹ ਬਾਹਰ ਨਹੀਂ ਭੱਜੇ, ਬਾਹਰ ਨਹੀਂ ਦੌੜੇ। ਘਰ ਮੈਂ ਵਸਤ ਬਾਹਰ ਉੱਠ ਜਾਤਾ। ਸੋ ਗੁਰੂ ਸਾਹਿਬ ਜੀ ਕਹਿੰਦੇ ਬਾਹਰ ਦੌੜਨ ਦੀ ਜ਼ਰੂਰਤ ਨਹੀਂ, ਬਾਹਰ ਉੱਠ ਕੇ ਜਾਣ ਦੀ ਜ਼ਰੂਰਤ ਨਹੀਂ। ਬੈਠਾ ਰਹੋ, ਬੈਠਾ ਰਹੀ ਪਰ ਜਾਗ ਕੇ। ਕਈ ਵਾਰ ਬੰਦਾ ਬੈਠਾ ਬੈਠਾ ਵੀ ਅੱਖਾਂ ਮੀਟੀ ਜਾਂਦਾ ਹੈ, ਉਹ ਬੈਠਾ ਨਹੀਂ ਹੁੰਦਾ। ਬੈਠਾ ਰਹੀ ਪਰ ਜਾਗ ਕੇ। ਜੇ ਬੈਠਾ ਬੈਠਾ ਵੀ ਅੱਖ ਲੱਗ ਗਈ ਤੇ ਫਿਰ ਜਾਗਣ ਵਾਲਾ ਨਹੀਂ, ਤੂੰ ਜਾਗਿਆ ਹੋਇਆ ਨਹੀਂ ਹੈ। ਬੈਠਣ ਦਾ ਤਾਂ ਫਾਇਦਾ ਜੇ ਜਾਗਿਆ ਹੋਏਗਾ। ਘਰ ਮੈਂ ਵਸਤ ਬਾਹਰ ਉੱਠ ਜਾਤਾ, ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ। ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਆਤਮਿਕ ਜੀਵਨ ਦੇਣ ਵਾਲੀ ਕਥਾ ਜਿਹੜੀ ਹੈ ਉਹ ਮਨ ਕੋਲੋਂ ਸੁਣੀ ਨਹੀਂ ਜਾਂਦੀ। ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ। ਮਹਾਰਾਜ ਜੀ ਕਹਿੰਦੇ ਜਿਹੜੇ ਸਿਫਤ ਸਲਾਹ ਦੀਆਂ, ਰੱਬ ਦੀ ਸਿਫਤ ਸਲਾਹ ਦੀਆਂ ਵਿਚਾਰਾਂ ਜਿਹੜੀਆਂ ਨੇ, ਉਹ ਜਿਹੜੀ ਅੰਮ੍ਰਿਤ ਕਥਾ ਹੈ, ਜਿਹੜੀ ਅਸੀਂ ਵਿਚਾਰ ਕਰਦੇ ਹਾਂ, ਇਸ ਨੂੰ ਬਾਣੀ ਵਿੱਚ ਲਿਖਿਆ ਅੰਮ੍ਰਿਤ ਕਥਾ। ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ। ਕਿਉਂਕਿ ਜਿਹੜੀ ਕਥਾ ਹੁੰਦੀ ਹੈ ਇਹਦੇ ਵਿੱਚ ਜੋ ਵੀ ਕਮੀਆਂ ਹੁੰਦੀਆਂ ਹਨ ਉਹ ਜਿਹੜੀਆਂ ਨੇ ਉਜਾਗਰ ਕੀਤੀਆਂ ਜਾਂਦੀਆਂ ਹਨ, ਉਹ ਦੱਸੀਆਂ ਜਾਂਦੀਆਂ ਹਨ ਸਾਡੇ ਵਿੱਚ ਗੁਰੂ ਸਾਹਿਬ ਦੁਆਰਾ। ਅਤੇ ਗੁਰੂ ਸਾਹਿਬ ਜੀ ਕਹਿੰਦੇ ਇਸ ਕਰਕੇ ਇਹ ਸੱਚ ਦੀ ਜਿਹੜੀ ਕਥਾ ਹੈ ਸੁਣਨੀ ਪਸੰਦ ਨਹੀਂ ਕਰਦਾ, ਸੁਣਨਾ ਪਸੰਦ ਨਹੀਂ ਕਰਦਾ। ਕੇਵਲ ਮਨੁੱਖ ਆਪਣੀ ਸਿਫਤ ਸੁਣਨੀ ਪਸੰਦ ਕਰਦਾ। ਜੇ ਕਮੀ ਕੋਈ ਦੱਸ ਦਿੱਤੀ ਜਾਵੇ ਤਾਂ ਇਹ ਪਸੰਦ ਨਹੀਂ ਕਰਦਾ। ਅਸੀਂ ਸਾਰੇ ਹੀ ਆਪਣੀ ਸਿਫਤ ਸੁਣਨਾ ਪਸੰਦ ਕਰਦੇ ਹਾਂ। ਜੇ ਕੋਈ ਕਮੀ ਸਾਨੂੰ ਦੱਸੇ ਤਾਂ ਸਾਨੂੰ ਉਹ ਬੰਦਾ ਅੱਛਾ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ। ਪਰ ਜਿਹੜਾ ਸਾਡਾ ਗੁਰੂ ਹੈ ਇਹ ਤਾਂ ਹਮੇਸ਼ਾ ਸਾਡੀਆਂ ਕਮੀਆਂ ਹੀ ਦੱਸਦਾ। ਜਦੋਂ ਵੀ ਗੁਰੂ ਸਾਹਿਬ ਜੀ ਸਾਨੂੰ ਕਥਾ ਦੁਆਰਾ ਸਮਝਾਉਣਗੇ ਨਾ, ਵਿਚਾਰ ਰਾਹੀਂ, ਸਾਨੂੰ ਸਾਡੀਆਂ ਕਮੀਆਂ ਹੀ ਦੱਸਣਗੇ ਹਮੇਸ਼ਾ। ਜਿਵੇਂ ਅਸੀਂ ਕਹਿੰਦੇ ਹਾਂ ਆਪਣੇ ਬਜ਼ੁਰਗ ਨੂੰ, ਤੁਸੀਂ ਸਾਨੂੰ ਟੋਕਦੇ ਹੀ ਰਹਿੰਦੇ ਹੋ ਹਰ ਵੇਲੇ, ਕਹਿੰਦੇ ਆ ਨਾ। ਉਹ ਟੋਕਣਾ ਉਹਨਾਂ ਦਾ ਫਰਜ਼ ਹੈ, ਕਿਉਂਕਿ ਉਹ ਆਪਣੀ ਔਲਾਦ ਨੂੰ, ਆਪਣੇ ਬੱਚਿਆਂ ਨੂੰ ਸਹੀ ਦੇਖਣਾ ਚਾਹੁੰਦੇ ਹਨ, ਸੁਖੀ ਦੇਖਣਾ ਚਾਹੁੰਦੇ ਹਨ। ਇਸ ਕਰਕੇ ਉਹ ਬਜ਼ੁਰਗ ਜਿਹੜੇ ਨੇ ਉਹ ਟੋਕਦੇ ਨੇ, ਰੋਕਦੇ ਵੀ ਨੇ, ਸਮਝਾਉਂਦੇ ਵੀ ਨੇ। ਜੇ ਹੁਣ ਸਮਝਾਉਣ ਵਾਲੇ ਨੂੰ, ਸਮਝਣ ਵਾਲੇ ਨੂੰ ਗੁੱਸਾ ਆਈ ਜਾਵੇ ਵੀ ਇਹ ਮੈਨੂੰ ਕਿਉਂ ਰੋਕਦਾ, ਕਿਉਂ ਟੋਕਦਾ, ਕਿਉਂ ਸਮਝਾਉਂਦਾ, ਅਤੇ ਇਹ ਉਹਦੇ ਲਈ ਅਗਿਆਨਤਾ ਹੈ। ਉਹਨੂੰ ਸਮਝਣ ਦੇ ਲਈ ਸਿਆਣੇ ਕੋਲੋਂ ਸਲਾਹ ਲੈਣੀ ਪਏਗੀ। ਅਤੇ ਜਿਹੜੇ ਅਸੀਂ ਸਾਰੇ ਬੈਠੇ ਹਾਂ ਗੁਰੂ ਦੇ ਬੱਚੇ, ਸਾਨੂੰ ਵੀ ਸਮਝਣ ਦੇ ਲਈ ਗੁਰੂ ਸਾਹਿਬ ਪਾਸੋਂ ਜਿਹੜੀ ਹੈ ਉਹ ਸਲਾਹ ਜਾਂ ਗੁਰੂ ਦੀ ਸਿੱਖਿਆ ਲੈਣੀ ਪਏਗੀ।
ਬਾਣੀ ਵਿੱਚ ਲਿਖਿਆ, ਜੇ ਗੁਰੂ ਝਿੜਕ ਵੀ ਦਵੇ ਤੇ ਤਾਂ ਵੀ ਉਹਨੂੰ ਮਿੱਠਾ ਕਰਕੇ ਮੰਨਣਾ। ਜਿਵੇਂ ਆਪਣੇ ਮਾਪਿਆਂ ਦੀਆਂ ਗੱਲਾਂ ਦਾ ਅਸੀਂ ਗੁੱਸਾ ਨਹੀਂ ਕਰਦੇ ਜਾਂ ਕਰਨਾ ਨਹੀਂ ਚਾਹੀਦਾ ਸਾਨੂੰ, ਇੱਦਾਂ ਹੀ ਬਾਣੀ ਵਿੱਚ ਲਿਖਿਆ ਸੱਚੇ ਪਾਤਸ਼ਾਹ ਨੇ, ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਗੁਰੂ ਝਿੜਕੇ ਤੇ ਉਹਨੂੰ ਉਹਦਾ ਹੁਕਮ ਮਿੱਠਾ ਕਰਕੇ ਮਿੱਠਾ ਲੱਗੇ ਤੇਰਾ ਭਾਣਾ। ਦਇਆ ਕਰੋ ਨਾਨਕ ਗੁਣ ਗਾਵੇ, ਮਿੱਠਾ ਲੱਗੇ ਤੇਰਾ ਭਾਣਾ। ਜੇ ਗੁਰੂ ਸਾਹਿਬ ਕੋਈ ਸਾਨੂੰ ਜੀਵਨ ਨੂੰ ਚੰਗਾ ਬਣਾਉਣ ਦੇ ਲਈ ਜੇ ਸਾਨੂੰ ਸਖਤੀ ਵਰਤਦੇ ਨੇ ਤੇ ਸਾਨੂੰ ਗੁਰੂ ਸਾਹਿਬ ਦੀ ਕੋਈ ਵੀ ਕਈ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਜੇ ਗੁਰੂ ਸਾਹਿਬ ਸਾਨੂੰ ਸਿਆਣਾ ਕਹਿੰਦੇ ਨੇ ਤਾਂ ਵੀ ਅਸੀਂ ਖੁਸ਼ ਰਹਿਣਾ। ਜੇ ਗੁਰੂ ਸਾਹਿਬ ਸਾਨੂੰ ਮੂਰਖ ਕਹਿੰਦੇ ਨੇ, ਮਨ ਮੂਰਖ ਅਜ ਹੁਣ ਹੈ ਸਮਝਤ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਤੇ ਤਾਂ ਵੀ ਸਾਨੂੰ ਸੱਤ ਕਰਕੇ ਗੁਰੂ ਦਾ ਬਚਨ ਮੰਨਣਾ ਚਾਹੀਦਾ। ਸੋ ਗੁਰੂ ਸਾਹਿਬ ਜੀ ਕਹਿੰਦੇ, ਸੁਣ ਨਾ ਜਾਈ ਸੱਚ ਅੰਮ੍ਰਿਤ ਕਥਾ। ਇਹ ਉਸ ਅੰਮ੍ਰਿਤ ਕਥਾ ਨੂੰ ਸੁਣਨਾ ਪਸੰਦ ਨਹੀਂ ਕਰਦਾ, ਕਿਉਂਕਿ ਇਹਦੇ ਲਈ ਵੀ ਬਹੁਤ ਹੀ ਇਕਾਗਰਤਾ ਚਾਹੀਦੀ ਹੈ, ਅਡੋਲਤਾ ਚਾਹੀਦੀ ਹੈ, ਸ਼ਰਧਾ ਚਾਹੀਦੀ ਹੈ, ਪ੍ਰੇਮ ਚਾਹੀਦਾ, ਖਿੱਚ ਚਾਹੀਦਾ, ਉਹ ਹੀ ਕਥਾ ਸੁਣ ਸਕਦਾ। ਜਿਵੇਂ ਬੜੀ ਵਾਰੀ ਤੁਸੀਂ ਸਰਵਣ ਕੀਤਾ ਹੈ, ਪਾਰਵਤੀ ਕਹਿੰਦੀ ਮੈਨੂੰ ਕਥਾ ਸੁਣਾਓ। ਸ਼ਿਵ ਜੀ ਮਹਾਰਾਜ ਕਹਿੰਦੇ ਨਹੀਂ ਸੁਣਾ ਸਕਦਾ। ਉਹ ਕਹਿੰਦੀ ਮੈਂ ਸੁਣਨੀ ਹੈ। ਕਹਿੰਦੇ ਨਹੀਂ, ਤੇਰੇ ਵੱਸ ਦਾ ਕੰਮ ਨਹੀਂ ਹੈ। ਕਾਹਤੋਂ? ਕਹਿੰਦੇ ਤੂੰ ਅਲਰਟ ਹੋ ਕੇ ਨਹੀਂ ਸੁਣਦੀ, ਤੂੰ ਧਿਆਨ ਨਾਲ ਨਹੀਂ ਸੁਣਦੀ, ਤੈਨੂੰ ਨੀਂਦ ਆ ਜਾਂਦੀ ਹੈ। ਇਹ ਅੰਮ੍ਰਿਤ ਕਥਾ ਬਹੁਤ ਮਹਾਨ ਹੁੰਦੀ ਹੈ। ਜਦੋਂ ਧਿਆਨ ਨਾਲ ਨਾ ਸੁਣੀ ਜਾਏ ਤਾਂ ਫਿਰ ਇਹਦੀ ਨਰਾਦਰੀ ਹੁੰਦੀ ਹੈ, ਤੇ ਇਸ ਕਰਕੇ ਅਸੀਂ ਨਹੀਂ ਤੈਨੂੰ ਸੁਣਾਉਣੀ। ਕਹਿੰਦੀ ਨਹੀਂ ਮੈਂ ਸੁਣਨੀ ਹੈ, ਮੈਂ ਨਹੀਂ ਸੋਵਾਂਗੀ, ਮੈਂ ਜਾਗਦੀ ਰਹਾਂਗੀ, ਮੈਂ ਹੁੰਗਾਰਾ ਦੇਈ ਜਾਵਾਂਗੀ, ਹੂੰ ਕਰੀ ਜਾਵਾਂਗੀ, ਤੁਸੀਂ ਮੈਨੂੰ ਜ਼ਰੂਰ ਸੁਣਾਓ। ਸੋ ਪਾਰਵਤੀ ਦੇ ਅੱਗੇ शिव जी महाराज जी ने चलो क्या भी चलो ठीक है फिर जे तो जिद कर दी है, पर ध्यान रखी, ध्यान बाणी की पंक्ति असी सरवण कर रहे हैं। सुनी ना जाई सच अमृत कथा। ये अमृत कथा सुननी बहुत औखी है। ते पार्वती जड़ी सी शिव जी महाराज जी कोलों वो कथा अमर कथा जिन्हों कहते हैं वो सुनती पई है। तो जदों सुनती है तुसी ध्यान देना, जदों असी गुरबाणी पढ़ते हाँ गुटके तो गुरु ग्रंथ साहब तो या कीर्तन विच बैठते हाँ, सानू मट्ठी 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 नींद आनी शुरू हो जाती है। थोड़ा ठुला अखां भारियां होनियां शुरू हो जांदियां हन, नींद आनी शुरू हो जाती है, कुदरती है। तो जदों असी दुनिया के कार विहार करते हाँ सारे, उत्थे सानू नींद नहीं आती, बहुत घट आती है। ज़्यादा जिहड़ी है जदों असी गुरबाणी पढ़ांगे, चाहे कोई पाठी सिंह है वो भी, चाहे कोई ਸਰੋਤਾ है उन्होंने भी मैं बहुत बार देखा, वो बैठे बैठे ही कि सो जाते हैं, सुनाउण वाले भी सुनने वाले भी। पर गुरु साहब जी कहते तुसी बिल्कुल जागते रहना, जागृत रहना, ढिले नहीं पैना। जे ढिला पै जाए तो वो चीज़ के विचों रस जिहड़ा घट जाता है। इसलिए गति बनी रहनी चाहिए है। गति चाहे कोई कथा करता है, कीर्तन करता है, उसकी गति बनी रहनी चाहिए है। जिहड़ा सुनता पिया उसकी भी गति बनी रहनी चाहिए है। वो ढिला ना हो जाए सुनने विच, सुनाउण वाला सुनाउण विच ढिला ना मट्ठा ना हो जाए, उन्हां दी गति बनी रहनी चाहिए है। सो पार्वती जड़ी है वो अमर कथा सुनती सुनती जड़ी उन्होंने नींद आ गई। कहते लागे कोई पंछी सी तो उसने तोता कह दी है, उसने हुंगारा देना शुरू कर दिता।
ਤੇ ਜਦੋਂ ਉਹਨਾਂ ਨੇ ਆਪਣੇ ਨੇਤਰ ਖੋਲ੍ਹੇ ਦੇਖਿਆ ਵੀ ਪਾਰਵਤੀ ਤੇ ਪੂਰੀ ਤਰ੍ਹਾਂ ਸੁੱਤੀ ਪਈ ਹੈ, ਜਿਹੜੀ ਗੱਲ ਦਾ ਉਹਨਾਂ ਨੂੰ ਡਰ ਸੀ ਉਹੀ ਹੋ ਗਿਆ। ਤੇ ਫਿਰ ਉਹਨਾਂ ਨੇ ਉਠਾਇਆ, ਕਹਿੰਦੇ ਤੈਨੂੰ ਆਖਿਆ ਸੀ ਵੀ ਇਹ ਬਹੁਤ ਕੀਮਤੀ ਕਥਾ ਹੈ, ਤੂੰ ਜਿੱਦ ਕੀਤੀ ਤੇ ਤੂੰ ਸੁਣੀ ਵੀ ਨਹੀਂ, ਇਸ ਕਰਕੇ ਇਹ ਕਥਾ ਜਿਹੜੀ ਹੈ ਕੋਈ ਪੰਛੀ ਸੁਣ ਗਿਆ। ਧਿਆਨ ਦੇਣਾ, ਜੋ ਅਸੀਂ ਬੋਲ ਰਹੇ ਹਾਂ ਨਾ, ਇਹ ਅਸੀਂ ਕੇਵਲ ਜਿਹੜੇ ਇੱਥੇ ਬੈਠੇ ਉਹ ਨਹੀਂ ਸੁਣ ਰਹੇ, ਹਵਾ ਵੀ ਸੁਣ ਰਹੀ ਹੈ। ਬਾਣੀ ਵਿੱਚ ਲਿਖਿਆ, ਪੰਕਤੀ ਪੜ੍ਹਦੇ ਹਾਂ ਕਿੱਦਾਂ ਸੁਣਦੀ ਵੀ। ਬਾਹਰ ਜਿਹੜਾ ਸੂਰਜ ਹੈ ਨਾ ਉਹ ਵੀ ਸੁਣ ਰਿਹਾ, ਬਾਣੀ 'ਚ ਲਿਖਿਆ ਗਾਵਣ ਤੁਧਨੋ ਪਵਨ, ਪਵਨ ਦਾ ਮਤਲਬ ਹਵਾ, ਗਾਵਣ ਤੁਧਨੋ ਪਵਨ ਪਾਣੀ, ਪਾਣੀ ਵੀ ਕਿਹਾ ਬੈਸੰਤਰ, ਗਾਵੇ ਰਾਜਾ ਧਰਮਦੁਆਰ। ਇਸ ਰੱਬ ਦੀ ਸਿਫਤ ਨੂੰ ਹਵਾ, ਪਾਣੀ, ਅੱਗ ਸਾਰੇ ਹੀ ਗਾ ਤੇ ਸੁਣ ਰਹੇ ਹਨ, ਅਸੀਂ ਕੇਵਲ ਨਹੀਂ ਸੁਣ ਰਹੇ। ਗੁਰੂ ਮਹਾਰਾਜ ਜੀ ਕਹਿੰਦੇ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ, ਨਾਨਕ ਨਾਮੇ ਸਭ ਹਰਿਆਵਲੀ ਗੁਰ ਕੇ ਸ਼ਬਦ ਵਿਚਾਰ, ਉਹ ਸਾਰਾ ਵਾਤਾਵਰਨ, ਉਹ ਸਾਰੀਆਂ ਖੇਤੀਆਂ, ਉਹ ਸਾਰਾ ਚੌਗਿਰਦਾ ਪਵਿੱਤਰ ਹੋ ਜਾਂਦਾ ਹੈ ਜਿੱਥੇ ਨਾਮ ਦੀ ਆਵਾਜ਼ ਜਾਂਦੀ ਹੈ। ਇਸ ਕਰਕੇ ਆਵਾਜ਼ ਜਿਹੜੀ ਹੈ ਇਹਦੇ ਵਿੱਚ ਬਹੁਤ ਤਾਕਤ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ, ਆਤਮਕ ਜੀਵਨ ਦੇਣ ਵਾਲੀ, ਅਮਰ ਕਰਨ ਵਾਲੀ ਕਥਾ ਜਿਹੜੀ ਹੈ ਉਹ ਦੁਨੀਆ ਕੋ ਸੁਣੀ ਨਹੀਂ ਜਾਂਦੀ। ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਜਦੋਂ ਅਸੀਂ ਕੀਰਤਨ ਕਰਦੇ ਹਾਂ, ਕੀਰਤਨ ਵਿੱਚ ਕੇਵਲ ਸ਼ਬਦ ਪੜ੍ਹੀ ਦੇ ਨੇ, ਉਹਦੇ ਵਿੱਚ ਵਿਚਾਰ ਘੱਟ ਹੁੰਦਾ। ਜਦੋਂ ਕਥਾ ਕਰਦੇ ਹਾਂ ਉਹਦੇ ਵਿੱਚ ਜੋ ਸ਼ਬਦ ਵਿੱਚ ਲਿਖਿਆ ਹੁੰਦਾ, ਜਿਵੇਂ ਇੱਕ ਪੰਕਤੀ ਹੈ ਜਪਜੀ ਸਾਹਿਬ ਦੀ, ਅੱਗੇ ਵੀ ਪੜ੍ਹਦੇ ਹਾਂ ਬੜੀ ਵਾਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਏ। ਇਹ ਪੌੜੀਆਂ ਅਸੀਂ ਸਾਰੀਆਂ ਜਪਜੀ ਸਾਹਿਬ ਦੀਆਂ ਪੜ੍ਹ ਲਈਆਂ ਤੇ ਇਹਦੀ ਵਿਚਾਰ ਵੀ ਦੱਸੀ ਹੈ, ਇਹਦੇ ਅਰਥ ਵੀ ਦੱਸੇ ਹਨ। ਹੁਣ ਜੇ ਇਹਦੇ ਅਰਥ ਕੋਈ ਕਥਾਵਾਚਕ ਪੜ੍ਹ ਕੇ ਸੁਣਾਏ ਤੇ ਉਸਨੇ ਆਪਣੇ ਉਸ ਵਿਚਾਰ ਦੇ ਵਿੱਚ ਅਸੰਖ ਚੋਰ ਕਿਵੇਂ ਹੈ, ਅਸੰਖ ਚੋਰ ਕਿਵੇਂ ਹੈ, ਅਸੰਖ ਚੋਰ ਹਰਾਮ ਖੋਰ ਕਿਵੇਂ ਹੈ, ਉਹਦੇ ਬਾਰੇ ਉਸ ਨੂੰ ਦੱਸਣਾ ਪਏਗਾ। ਜਦੋਂ ਉਹ ਦੱਸੇਗਾ ਤੇ ਜਿਹਦੇ ਵਿੱਚ ਨੁਕਸ ਹੈ ਉਸ ਨੂੰ ਉਹ ਚੀਜ਼ ਚੰਗੀ ਨਹੀਂ ਲੱਗਣੀ। ਜਿਹੜਾ ਗੁਰੂ ਦਾ ਸ਼ੁਕਰਾਨਾ ਨਹੀਂ ਕਰਦਾ, ਜਿਹੜਾ ਗੁਰੂ ਦਾ ਲੈ ਕੇ ਖਾ ਕੇ ਪਾਸੇ ਹੋ ਜਾਂਦਾ ਹੈ ਤੇ ਕਹਿੰਦਾ ਇਹ ਤੇ ਮੇਰਾ ਸਭ ਕੁਝ ਹੈ, ਮੇਰੀ ਕੀਤੀ ਹੈ, ਤੇ ਕਦੇ ਗੁਰੂ ਦਾ ਸ਼ੁਕਰਾਨਾ ਨਹੀਂ ਕੀਤਾ, ਉਹਨੂੰ ਕਹਿੰਦੇ ਨੇ ਹਰਾਮਖੋਰ। ਜਦੋਂ ਕੋਈ ਇਹਦੀ ਵਿਆਖਿਆ ਕਰੇਗਾ, ਉਹ ਬੰਦਾ ਜਿਹੜਾ ਗੁਰੂ ਤੋਂ ਬਿਲਕੁਲ ਮੁਨਕਰ ਹੈ, ਉਹਨੇ ਕਹਿਣਾ ਇਹ ਚੀਜ਼ ਗਲਤ ਹੈ, ਇਹ ਨਹੀਂ ਪੜ੍ਹੀ ਜਾਣੀ ਚਾਹੀਦੀ। ਕਿ ਕਹਿ ਦਿੰਦੇ ਨੇ ਇਕੱਲਾ ਕੀਰਤਨ ਕਰੋ। ਮੈਂ ਫਿਰ ਜਵਾਬ ਦਿੰਦਾ ਹੁੰਦਾ ਵੀ ਤੇਰੀ ਮੰਨੀ ਹੈ ਜਾਂ ਤੇਰੇ ਗੁਰੂ ਬਾਬੇ ਦੀ ਮੰਨੀ ਹੈ, ਤੇਰੀ ਨਹੀਂ ਮੰਨ ਸਕਦੇ। ਅਸੀਂ ਕੀਰਤਨ ਵੀ ਕਰਨਾ, ਇਹ ਨਹੀਂ ਵੀ ਕੀਰਤਨ ਨਹੀਂ ਕਰਨਾ, ਅਸੀਂ ਕਥਾ ਵੀ ਕਰਨੀ, ਅਸੀਂ ਪੰਜ ਬਾਣੀਆਂ ਵੀ ਪੜ੍ਹਨੀਆਂ, ਅਸੀਂ ਆਸਾ ਦੀ ਵਾਰ ਦੇ ਛੱਕੇ ਵੀ ਪੜ੍ਹਨੇ, ਅਸੀਂ ਸੁਖਮਨੀ ਸਾਹਿਬ ਦੀਆਂ ਅਸ਼ਟਪਦੀਆਂ ਵੀ ਕਰਨੀਆਂ, ਸਾਰਾ ਕੁਝ ਸਾਨੂੰ ਕਰਨ ਨੂੰ ਕਿਹਾ। ਠੀਕ ਹੈ, ਇੱਕ ਚੀਜ਼ ਕਹੀ ਹੈ, ਤੂੰ ਇੱਦਾਂ ਕਰ, ਘਰ ਦਾ ਦੁੱਧ ਨਾ ਲਿਆ, ਰਾਸ਼ਨ ਲਿਆ, ਦੁੱਧ ਨਾ ਲਿਆਈ, ਦੱਸ ਦੇਣਗੇ ਸਵੇਰ ਦੇ ਚਾਹ ਵੇਲੇ ਹੀ ਤੈਨੂੰ ਪਤਾ ਲੱਗ ਜਾਏਗਾ। ਵੀ ਉਹ ਕਹਿਣਗੇ ਤੂੰ ਕਹਿੰਦੇ ਕੀ ਜ਼ਰੂਰਤ ਹੈ ਦੁੱਧ ਦੀ? ਜ਼ਰੂਰਤ ਹੈ। ਰੋਟੀ ਦੀ ਕੀ ਜ਼ਰੂਰਤ ਹੈ? ਪਾਣੀ ਨਾ ਪੀਵੀਂ, ਜ਼ਰੂਰਤ ਹੈ। ਤੇ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਦ ਦਰਦ ਦੁੱਖ ਲੱਥਾ। ਇਸ ਕਰਕੇ ਕਥਾ ਵੀ ਮਹਾਨ ਹੈ, ਕੀਰਤਨ ਵੀ ਮਹਾਨ ਹੈ, ਦੋਵੇਂ ਹੀ ਮਹਾਨ ਹਨ। ਸੋ ਦੋਵੇਂ ਹੀ ਸੁਣਨੇ ਹਨ। ਪਰ ਇਹ ਹੈ ਵੀ ਜਦੋਂ ਅਸੀਂ ਵਿਚਾਰ ਕਰਦੇ ਹਾਂ, ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਸੋਝੀ ਆ ਜਾਂਦੀ ਹੈ। ਜਿਹੜੀਆਂ ਪੰਕਤੀਆਂ ਹੁੰਦੀਆਂ ਹਨ ਉਹ ਖੁੱਲ੍ਹ ਜਾਂਦੀਆਂ ਹਨ ਔਰ ਪਤਾ ਲੱਗ ਜਾਂਦਾ ਇਹਦੇ ਵਿੱਚ ਕੀ ਦੱਸਿਆ ਹੈ। ਸੋ ਪੰਕਤੀ ਚੱਲ ਰਹੀ ਹੈ, ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ। ਸੋ ਆਤਮਿਕ ਜੀਵਨ ਦੇਣ ਵਾਲੀ ਕਥਾ ਜਿਹੜੀ ਹੈ ਉਹ ਮਹਾਰਾਜ ਜੀ ਕਹਿੰਦੇ ਉਹ ਪਸੰਦ ਨਹੀਂ ਕਰਦਾ ਇਨਸਾਨ, ਬਹੁਤ ਘੱਟ ਪਸੰਦ ਕਰਦਾ।
ਰਾਰ ਕਰਤ ਝੂਠੀ ਲਗ ਗਾਥਾ। ਪਰ ਮਹਾਰਾਜ ਜੀ ਕਹਿੰਦੇ ਜਿਹੜੀ ਕੰਮ ਨਾ ਆਉਣ ਵਾਲੀ ਕਥਾ ਕਹਾਣੀ ਹੈ ਇਹ ਸੁਣਨੀ ਪਸੰਦ ਜ਼ਰੂਰ ਕਰਦਾ। ਧਿਆਨ ਦੇਣਾ, ਆ ਜਿਹੜੀ ਅਸੀਂ ਕਥਾ ਕਰਦੇ ਹਾਂ ਇਹ ਸਾਰਿਆਂ ਨੂੰ ਪਸੰਦ ਨਹੀਂ ਆਉਂਦੀ। ਅਤੇ ਜਿਹੜਾ ਕੋਈ ਕਿਧਰੇ ਘਰ ਦੇ ਵਿੱਚ ਜਾਂ ਚੌਂਕ ਵਿੱਚ ਗੱਲਾਂ ਕਰਦਾ ਹੈ ਉਹ ਉੱਥੇ ਕੀਰਤਨ ਕਰਦਾ ਹੁੰਦਾ ਹੈ। ਜਦੋਂ ਕਿਸੇ ਦੀ ਚੁਗਲੀ ਕਰਦਾ, ਕਿਸੇ ਦੀ ਨੂੰਹ ਧੀ ਭੈਣ ਦੀ, ਕਿਸੇ ਘਰ ਦੇ ਲੜਾਈ ਦੀ, ਉੱਥੇ ਮਤਲਬ ਸ਼ਬਦ ਜਿਹੜੇ ਉਹ ਗਾਉਂਦਾ। ਇੱਥੇ ਲਿਖਿਆ ਹੋਇਆ ਰਾਰ ਕਰਤ, ਰਾਰ ਮੈਨੇ ਝਗੜਾ, ਰਾਰ ਕਰਤ ਝੂਠੀ ਲਗ ਗਾਥਾ। ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਜਿਹੜੀਆਂ ਇਹਨੂੰ ਦੁਨਿਆਵੀ ਕਥਾ ਕਹਾਣੀਆਂ ਨੇ ਉਹ ਬੜੀਆਂ ਚੰਗੀਆਂ ਲੱਗਦੀਆਂ ਨੇ। ਕਿਸੇ ਦੀ ਗੱਲ ਸ਼ੁਰੂ ਕਰ ਦਿੱਤੀ ਜਾਵੇ, ਕਹਿੰਦਾ ਮੁਕਾਈ ਨਾ, ਇਹਨੂੰ ਅੱਗੇ ਤੋਰੀ ਰੱਖ, ਬਾਕੀ ਮੈਂ ਨਾਲ ਅੱਗੇ ਫੜ ਲਵਾਂਗਾ ਇਹਦੀ ਕੰਨੀ, ਤੂੰ ਮੁਕਾਈ ਦੇ, ਤੇਰੀ ਮੁੱਕਣੀ ਨਹੀਂ, ਮੈਂ ਆਪ ਸ਼ੁਰੂ ਕਰ ਦੇਣੀ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਝੂਠੀ ਲਗ ਗਾਥਾ, ਗਾਥਾ ਮਤਲਬ ਕਥਾ ਕਹਾਣੀ। ਕਹਿੰਦੇ ਜਿਹੜਾ ਸੱਚ ਦੀ ਕਥਾ ਨਹੀਂ ਸੁਣਦਾ ਉਹ ਦੁਨੀਆ ਦੀਆਂ ਝੂਠੀਆਂ ਕਥਾ ਕਹਾਣੀਆਂ ਤੁਸੀਂ ਦੇਖ ਲਿਓ ਕਿੰਨੀਆਂ ਸੁਣਦਾ। ਉਦਾਹਰਨ ਲੈ ਲੈਂਦੇ ਹਾਂ, TV 'ਚ ਨਾਟਕ ਚੱਲਦੇ ਨੇ, ਜਦੋਂ ਤੱਕ ਮਸ਼ਹੂਰੀ ਨਹੀਂ ਆਉਂਦੀ ਉਦੋਂ ਤੱਕ ਬੰਦਾ ਉੱਠ ਕੇ ਬਾਹਰ ਨਹੀਂ ਜਾਂਦਾ। ਜਦੋਂ ਤੱਕ ਸ਼ੋਅ ਜਿਹੜਾ ਹੈ ਸਿਨੇਮੇ ਦਾ ਖਤਮ ਨਹੀਂ ਹੁੰਦਾ ਉਦੋਂ ਤੱਕ ਬੰਦਾ ਉਹ ਪੈਸੇ 300-400 500 ਰੁਪਈਆ ਖਰਚਿਆ ਹੁੰਦਾ, ਘਰ ਨੂੰ ਨਹੀਂ ਆਉਂਦਾ। ਉਹ ਕਹਾਣੀ ਜਿਹੜੀ ਚੱਲਦੀ ਹੈ ਕਹਿੰਦਾ ਕਹਾਣੀ ਪੂਰੀ ਸੁਣਨੀ ਹੈ। ਅਤੇ ਗੁਰੂ ਸਾਹਿਬ ਜੀ ਬਸ ਇਹ ਸ਼ੀਸ਼ਾ ਦਿਖਾ ਰਹੇ ਨੇ। ਕਹਿੰਦੇ ਝੂਠੀ ਕਹਾਣੀ ਤੇ ਬਹੁਤ ਇਹ ਪਿਆਰ ਨਾਲ ਸੁਣਦਾ। ਕਿ ਨਾਵਲ ਪੜ੍ਹਦੇ ਨੇ, ਪੂਰਾ ਨਾਵਲ ਅੱਜ ਕੱਲ੍ਹ ਬਹੁਤ ਘੱਟ ਪੜ੍ਹੇ ਜਾਂਦੇ ਨੇ। ਮੈਂ ਦੇਖੇ ਆ ਕਿ ਨਾਵਲ ਪੜ੍ਹਦੇ, ਉਹਨਾਂ ਨੇ ਨਾਵਲ ਪੜ੍ਹਿਆ ਹੋਣਾ 3-3 4-4 ਘੰਟੇ ਉਹ ਨਾਵਲ ਨੂੰ ਨਹੀਂ ਛੱਡਦੇ। ਨਾਵਲ ਐਸਾ ਹੈ ਜਿਹੜਾ ਇੱਕ ਵਾਰੀ ਫੜ ਲੈਂਦਾ ਉਸ ਨੂੰ ਛੱਡ ਨਹੀਂ ਸਕਦਾ। ਨਾਵਲ ਜੇ ਕਿਸੇ ਨੇ ਪੜ੍ਹਿਆ ਹੋਵੇ ਉਸ ਨੂੰ ਬੰਦਾ ਜਿਹੜਾ ਹੈ, ਅੱਗੇ ਪਹਿਲਾਂ ਨਾਵਲ ਆਉਂਦੇ ਸੀ, ਆ ਸਾਡੇ ਦੁਕਾਨਾਂ 'ਤੇ ਵੀ ਕਿਰਾਏ 'ਤੇ ਮਿਲਦੇ ਸੀ, ਉਸ ਨਾਵਲ ਨੂੰ ਬੰਦਾ ਛੱਡਦਾ ਹੀ ਨਹੀਂ। ਕਹਿੰਦਾ ਅੱਜ ਪੂਰਾ ਨਾਵਲ ਐਡਾ ਮੋਟਾ ਸੀ, ਕਾਫੀ, ਉਹਨੂੰ ਪੂਰਾ ਪੜ੍ਹਦਾ ਸੀ। ਉਹਦੇ ਵਿੱਚ ਕੀ ਹੁੰਦਾ ਸੀ, ਝੂਠੀਆਂ ਕਹਾਣੀਆਂ ਹੁੰਦੀਆਂ ਸੀ। ਸੱਚੀ ਕਹਾਣੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਸੱਚੀ ਕਹਾਣੀ ਤਾਂ ਇਤਿਹਾਸ ਵਿੱਚ ਹੈ, ਇਤਿਹਾਸਕ ਕਿਤਾਬਾਂ ਵਿੱਚ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੀਆਂ ਸੰਸਾਰ ਦੇ ਵਿੱਚ ਝੂਠੀਆਂ ਗੱਲਾਂ ਕਰਦਾ ਇਹ ਕਹਾਣੀਆਂ ਜਿਹੜੀਆਂ ਹਨ ਇਸ ਨੂੰ ਚੰਗੀਆਂ ਲੱਗਦੀਆਂ ਹਨ। ਅਤੇ ਜਿਹੜੀ ਕਥਾ ਨਾਮ ਦੀ ਹੈ, ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ, ਉਹ ਨਹੀਂ ਸੁਣਨੀ ਪਸੰਦ ਲੱਗਦੀ। ਰਾਰ ਕਰਤ ਝੂਠੀ ਲਗ ਗਾਥਾ। ਸੋ ਜਿਹੜੀ ਕਹਾਣੀ ਝਗੜਾ ਬਖੇੜਾ ਪੈਦਾ ਕਰਦੀ ਹੈ ਉਹ ਚੀਜ਼ ਜਿਹੜੀ ਹੈ ਇਹ ਸੁਣਦਾ ਤੇ ਸੁਣਾਉਂਦਾ ਹੈ। ਹੋਰ ਇੱਕ ਪੰਕਤੀ ਪੜ੍ਹਦੇ ਹਾਂ। ਜਿਹੜੀਆਂ ਕਹਾਣੀਆਂ ਕਥਾ ਅਸੀਂ ਘਰਾਂ ਦੇ ਵਿੱਚ ਜਾਂ ਮਹੱਲਿਆਂ ਵਿੱਚ ਵਿਹੜਿਆਂ ਵਿੱਚ ਕਰਦੇ ਹਾਂ ਉਹਦੇ ਬਾਰੇ ਬਾਣੀ ਵਿੱਚ ਲਿਖਿਆ, ਪੰਕਤੀ ਸੁਣੋ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਸ਼ੀ। ਦੇਖੋ ਕੱਲੀ ਕੱਲੀ ਪੰਕਤੀ ਪੜ੍ਹੀ ਹੈ, ਸਮਝ ਆ ਗਈ ਨਾ। ਜਿਹੜੀ ਘਰ ਵਿੱਚ ਜਾਂ ਬਾਹਰ ਗੱਲ ਕਰਦੇ ਹਾਂ ਉੱਥੇ ਇੱਥੇ ਲਿਖਿਆ ਬਖੇੜਾ, ਰਾਰ ਦਾ ਮਤਲਬ ਲਿਖਿਆ ਝਗੜਾ ਬਖੇੜਾ। ਉਹ ਜਿਹੜੀਆਂ ਸਾਡੀਆਂ ਘਰਾਂ ਦੀਆਂ ਗੱਲਾਂ ਨੇ ਜਾਂ ਹੋਰ ਇੱਧਰ ਉੱਧਰ ਬਹਿ ਕੇ ਕਰਦੇ ਹਾਂ ਉਹ ਝਗੜਾ ਤੇ ਬਖੇੜਾ ਪੈਦਾ ਕਰਦੀਆਂ ਹਨ। ਅਤੇ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਜਾਂ ਕੋਈ ਗੁਰੂ ਦਾ ਇਤਿਹਾਸ ਪੜ੍ਹਦਾ ਕਿਸੇ ਕਿਤਾਬ ਤੋਂ ਜਾਂ ਕਿਸੇ ਵੀ ਮਾਧਿਅਮ ਰਾਹੀਂ ਸੁਣਦਾ ਉਹ ਚੀਜ਼ ਜਿਹੜੀ ਹੈ ਅੰਦਰ ਦੀ ਜਿਹੜੀ ਅਡੋਲਤਾ ਹੈ ਉਹ ਬਣਾਈ ਰੱਖਦੀ ਹੈ, ਮਨੁੱਖ ਨੂੰ ਸ਼ਾਂਤ ਰੱਖਦੀ ਹੈ। ਅਤੇ ਜਿਹੜੀਆਂ ਬਾਹਰਲੀਆਂ ਕਥਾ ਕਹਾਣੀਆਂ ਨੇ ਅਤੇ ਉਹ ਖਰਾਬ ਕਰਦੀਆਂ। ਇਸ ਕਰਕੇ ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਇਸ ਕਰਕੇ ਗੁਰੂ ਦੀ ਗੱਲ ਭਾਗਾਂ ਵਾਲਾ ਹੀ ਸੁਣ ਸਕਦਾ, ਹੋਰ ਨਹੀਂ। ਵਜੋਂ ਸਾਹਿਬ ਕਾ ਸੇਵ ਵਰਾਨੀ। ਮਨੁੱਖ ਮਹਾਰਾਜ ਜੀ ਕਹਿੰਦੇ ਸੰਸਾਰ ਦੀ ਮਾਇਆ ਜਾਂ ਵਿਕਾਰਾਂ ਹੇਠਾਂ ਇਸ ਪ੍ਰਕਾਰ ਦੱਬਿਆ ਰਹਿੰਦਾ ਹੈ
ਉਹ ਪ੍ਰਮਾਤਮਾ ਨੂੰ ਯਾਦ ਕਰਨ ਦੀ ਥਾਂ ਉਹ ਕੇਵਲ ਤੇ ਕੇਵਲ ਸੰਸਾਰ ਦੀ ਮਾਇਆ ਦੇ ਵੱਲ ਹੀ ਖਚਿਤ ਹੋਇਆ ਰਹਿੰਦਾ। ਵਜੋਂ ਸਾਹਿਬ ਕਾ ਸੇਬ ਬਰਾਨੀ। ਮਹਾਰਾਜ ਜੀ ਕਹਿੰਦੇ ਵੀ ਇੱਥੇ ਲਿਖਿਆ ਵਜੋਂ ਮਤਲਬ ਹੁੰਦਾ ਵਜੀਫਾ, ਰੋਜ਼ੀਨਾ ਤਨਖਾਹ। ਵਜੋਂ ਸਾਹਿਬ ਕਾ ਕਹਿੰਦੇ ਤਨਖਾਹ ਮਾਲਕ ਕੋਲੋਂ ਲੈਂਦਾ। ਧਿਆਨ ਦੇਣਾ, ਵਜੋਂ ਦਾ ਮਤਲਬ ਵਜੀਫਾ, ਵਜੀਫਾ ਜਾਂ ਰੋਜ਼ੀਨਾ ਜਾਂ ਤਨਖਾਹ। ਕਹਿੰਦੇ ਤਨਖਾਹ ਮਾਲਕ ਕੋ ਕੋਈ ਲਵੇ ਤੇ ਕੰਮ ਕਿਸੇ ਹੋਰ ਦਾ ਕਰੇ। ਵਜੋਂ ਸਾਹਿਬ ਕਾ ਤਨਖਾਹ ਮਾਲਕ ਦੀ, ਸੇਬ ਬਰਾਨੀ, ਬਰਾਨੀ ਮਤਲਬ ਬਗਾਨੀ, ਕਿਸੇ ਹੋਰ ਦੀ, ਕਿਸੇ ਹੋਰ ਦੀ। ਦੇਖੋ ਪੁੱਤ ਸਾਡਾ ਹੋਵੇ, ਜੰਮਿਆ ਅਸੀਂ ਹੋਵੇ ਤੇ ਮਹੀਨੇ ਦੀ ਤਨਖਾਹ ਫੜਾ ਦੇਵੇ ਹੋਰ ਕਿਸੇ ਨੂੰ, ਇੱਥੇ ਆ ਗੱਲ ਢੁੱਕਦੀ ਹੈ। ਵਜੋਂ ਸਾਹਿਬ ਕਾ, ਜਿਹੜਾ ਹੱਕਦਾਰ ਹੈ ਤਨਖਾਹ ਉਹਨੂੰ ਮਿਲਣੀ ਚਾਹੀਦੀ ਹੈ। ਵਜੋਂ ਸਾਹਿਬ ਕਾ ਤਨਖਾਹ ਲੈਣੀ ਮਾਲਕ ਕੋਲੋਂ ਤੇ ਚਾਕਰੀ ਕਿਸੇ ਹੋਰ ਦੀ ਕਰਨੀ। ਗੁਰੂ ਸਾਹਿਬ ਜੀ ਕਹਿੰਦੇ ਇਹ ਗੱਲ ਸਹੀ ਨਹੀਂ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਵਾਸ। ਜਿਹਦਾ ਬੰਦਾ ਖਾਂਦਾ ਉਹਨੂੰ ਗਾਉਣਾ ਚਾਹੀਦਾ। ਜਿਹੜਾ ਤੁਹਾਡੀ ਇੱਜ਼ਤ ਕਰਦਾ ਉਹਦੀ ਸਿਫਤ ਕਰਨੀ ਚਾਹੀਦੀ ਹੈ। ਰਾਈਟ ਜਾਂ ਰੋਂਗ? ਜਿਹੜਾ ਤੁਹਾਨੂੰ ਪਲਕਾਂ 'ਤੇ ਬਿਠਾਉਂਦਾ ਹੈ, ਤੁਹਾਡੇ ਘਰ ਆਇਆਂ ਨੂੰ ਇੰਨਾ ਸਤਿਕਾਰ ਦਿੰਦਾ, ਉਹਦੀ ਇੱਜ਼ਤ ਕਰਨੀ ਚਾਹੀਦੀ ਹੈ। ਜਿਹੜਾ ਸਾਨੂੰ ਪਿਆਰ ਨਾਲ ਬੁਲਾਉਂਦਾ ਉਹਦੀ ਇੱਜ਼ਤ ਸਤਿਕਾਰ ਥਾਂ ਥਾਂ 'ਤੇ ਕਰਨੀ ਚਾਹੀਦੀ। ਸੋ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤੂੰ ਆਪਣੇ ਮਾਲਕ ਕੋਲੋਂ ਸਭ ਕੁਝ ਲੈਂਦਾ, ਤਨਖਾਹ ਲੈਂਦਾ। ਤਨਖਾਹ ਦਾ ਮਤਲਬ ਸਹੂਲਤਾਂ ਵੀ ਕਹਿ ਸਕਦੇ ਹਾਂ ਜਾਂ ਦਾਤਾਂ ਵੀ ਕਹਿ ਸਕਦੇ ਹਾਂ, ਠੀਕ ਹੈ। ਉਹਦੇ ਕੋਲ ਲੈ ਕੇ ਤੇ ਸੇਬ ਬਰਾਨੀ, ਤੇ ਹੁਣ ਤੂੰ ਸੇਵਾ ਕਿਸੇ ਹੋਰ ਦੀ ਕਰੀ ਜਾਏ ਜਾ ਕੇ, ਜਾਂ ਕਹਿਣਾ ਹੋਰ ਕਿਸੇ ਦਾ ਮੰਨੀ ਜਾਵੇਂ, ਜਾਂ ਆਪਣਾ ਸਮਾਂ ਹੋਰ ਕਿਸੇ ਕੋਲ ਦੇ ਦੇਵੇਂ, ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਠੀਕ ਨਹੀਂ ਹੈ। ਐਸੇ ਗੁਣ ਹੈ ਅਸ਼ਾਦਿਓ ਪ੍ਰਾਣੀ। ਸੋ ਮਹਾਰਾਜ ਜੀ ਕਹਿੰਦੇ ਅਸ਼ਾਦਿਓ ਦਾ ਮਤਲਬ ਢੱਕਿਆ ਹੋਇਆ। ਇੱਦਾਂ ਦੇ ਵਿਕਾਰਾਂ ਹੇਠ ਮਨੁੱਖ ਜ਼ਿੰਦਗੀ ਭਰ ਦੱਬਿਆ ਰਹਿੰਦਾ ਹੈ। ਤਿਸ ਸਿਓ ਲੋਕ ਜੋ ਸਦ ਹੀ ਸੰਗੀ। ਸੋ ਮਹਾਰਾਜ ਜੀ ਕਹਿੰਦੇ ਤਿਸ ਸਿਓ ਲੋਕ, ਲੋਕ ਮਤਲਬ ਓਲਾ। ਤੂੰ ਉਹਦੇ ਤੋਂ ਓਲਾ ਕਾਹਦਾ ਰੱਖਦਾ ਜਿਹੜਾ ਤੇਰੇ ਸਦਾ ਹੀ ਅੰਗ ਸੰਗ ਰਹਿੰਦਾ? ਤਿਸ ਸਿਓ ਲੋਕ, ਤੂੰ ਉਹਦੇ ਤੋਂ ਓਲਾ ਕਿਵੇਂ ਰੱਖ ਸਕਦਾ ਜਾਂ ਕਿਉਂ ਰੱਖਦਾ? ਤਿਸ ਸਿਓ ਲੋਕ ਜੋ ਸਦ ਹੀ ਸੰਗੀ, ਜਿਹੜਾ ਤੇਰੇ ਸਦਾ ਅੰਗ ਸੰਗ ਰਹਿੰਦਾ ਉਹਦੇ ਤੋਂ ਓਲਾ ਕਾਹਦਾ? ਮਾਂ ਤੋਂ ਨਿਆਣੇ ਦਾ ਓਲਾ ਕਾਹਦਾ? ਉਹਨੇ ਤੇ ਉਸ ਨੂੰ ਜੰਮਿਆ ਪਾਲਿਆ, ਉਹਦੀਆਂ ਮਾਲਸ਼ਾਂ ਕੀਤੀਆਂ, ਨਹਾਇਆ ਧੋਇਆ, ਉਹ ਤੋਂ ਓਲਾ ਕਾਹਦਾ? ਸਾਡੀ ਮਾਂ ਗੁਰਬਾਣੀ ਹੈ, ਗੁਰੂ ਹੈ, ਉਹਦੇ ਤੋਂ ਕੋਈ ਓਲਾ ਨਹੀਂ। ਸੋ ਗੁਰੂ ਮਹਾਰਾਜ ਜੀ ਨੇ ਕੱਲ੍ਹ ਵੀ ਪੰਕਤੀ ਪੜ੍ਹੀ ਸੀ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਂ ਛੁਪਾਵੈ ਤਿਸ ਸਿਓ ਲੂਕ। ਉਹਦੇ ਤੋਂ ਓਲਾ ਨਾ ਕਰੀ ਜੋ ਸਦ ਹੀ ਸੰਗੀ। ਜੇ ਤੈਨੂੰ ਉਹਨੇ ਓਲਾ ਕਰ ਦਿੱਤਾ ਤਾਂ ਤੇਰੇ ਤੋਂ ਉਹਨੇ ਦੂਰ ਹੋ ਜਾਣਾ, ਤੇ ਫਿਰ ਤੇਰੀ ਉਹਨੇ ਰੱਖਿਆ ਨਹੀਂ ਕਰਨੀ। ਇਸ ਕਰਕੇ ਤੂੰ ਓਲਾ ਨਾ ਰੱਖ ਤੇ ਉਹਨੂੰ ਅੰਗ ਸੰਗ ਸਮਝ। ਕਾਮ ਨਾ ਆਵੇ ਸੋ ਫਿਰ ਮੰਗੀ। ਜਿਹੜੀ ਚੀਜ਼ ਤੇਰੇ ਕੰਮ ਨਹੀਂ ਆਉਣੀ ਉਹ ਮਹਾਰਾਜ ਤੋਂ ਵਾਰ-ਵਾਰ ਨਾ ਮੰਗ। ਕਾਮ ਨਾ ਆਵੇ ਸੋ ਫਿਰ ਮੰਗੀ। ਤੂੰ ਮੁੜ ਮੰਗਦਾ ਰਹਿਣਾ, ਮੁੜ ਮੰਗਦਾ ਰਹਿਣਾ। ਹੋ ਸਕਦਾ ਤੈਨੂੰ ਉਹ ਨਾ ਦਿੰਦਾ ਹੋਵੇ, ਤੇਰੇ ਕੰਮ ਦੀ ਨਾ ਹੋਵੇ। ਹੋ ਸਕਦਾ ਉਹ ਚੀਜ਼ ਤੇਰੇ ਕੰਮ ਦੀ ਨਾ ਹੋਵੇ। ਕਈ ਵਾਰ ਸਾਡੇ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਇਹ ਮੈਨੂੰ ਨਾ ਹੀ ਮਿਲਦੀ ਚੀਜ਼, ਨਾ ਹੀ ਆਹ ਚੀਜ਼ ਮਿਲਦੀ, ਇਹਦੇ ਨਾਲੋਂ ਤਾਂ ਮੈਂ ਉਵੇਂ ਹੀ ਚੰਗਾ ਸੀ। ਇਹਦਾ ਮਤਲਬ ਸਾਡੇ ਮਾਲਕ ਨੂੰ ਪਤਾ ਹੈ ਵੀ ਕਿਹੜੀ ਚੀਜ਼ ਸਾਡੇ ਲਈ ਚੰਗੀ ਹੈ। ਕਈ ਵਾਰ ਕੋਈ ਚੀਜ਼ ਆ ਜਾਂਦੀ ਹੈ, ਉਹ ਚੀਜ਼ ਸਾਡਾ ਨੁਕਸਾਨ ਕਰ ਦਿੰਦੀ ਹੈ। ਸੋ ਇਹ ਵੀ ਅਰਦਾਸ ਮਹਾਰਾਜ ਦੇ ਅੱਗੇ ਕਰਨੀ ਚਾਹੀਦੀ ਹੈ, ਮਹਾਰਾਜ ਜੀ ਉਹੀ ਵਸਤੂ ਦੇਵੀਂ ਜਿਹੜੀ ਸੁੱਖ ਹੰਢਾਉਣੀ ਹੋਵੇ, ਜਿਹੜੀ ਸਾਡੇ ਲਈ ਚੰਗੀ ਹੋਵੇ। ਜੇ ਉਹ ਕੋਈ ਚੀਜ਼ ਖਰੀਦ ਕੇ ਜਾਂ ਕੋਈ ਚੀਜ਼ ਲੈ ਕੇ ਫਿਰ ਪਰੇਸ਼ਾਨੀ ਦੇ ਵਿੱਚ ਪੈ ਜਾਣਾ, ਉਹਦਾ ਕੋਈ ਲਾਭ ਨਹੀਂ ਹੈ। ਇਸ ਕਰਕੇ ਕਾਮ ਨਾ ਆਵੇ ਸੋ ਫਿਰ ਮੰਗੀ। ਠੀਕ ਹੈ, ਸਾਨੂੰ ਗ੍ਰਸਤੀਆਂ ਨੂੰ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ। ਮਹਾਰਾਜ ਨੂੰ ਇਹ ਕਹਿ ਦੇਣਾ ਸਾਨੂੰ ਚਾਹੀਦਾ, ਪਰ ਮਹਾਰਾਜ ਇਹ ਸਾਡੇ ਲਈ ਸਹੀ ਹੋਵੇ। ਸਹੀ ਤੁਸੀਂ ਕਰਨਾ। ਔਲਾਦ ਹੈ ਉਹ ਵੀ ਸਾਡੇ ਲਈ ਸਹੀ ਹੋਵੇ, ਉਹ ਵੀ ਤੁਸੀਂ ਕਰਨੀ ਹੈ। ਉਹਨਾਂ ਨੂੰ ਬੁੱਧੀ ਤੁਸੀਂ ਦੇਣੀ ਹੈ।
ਜੇ ਮੇਰਾ ਕੋਈ ਮਿੱਤਰ ਪਾਰਟਨਰ ਦੋਸਤ ਹੈ ਉਹ ਵੀ ਮੇਰੇ ਲਈ ਸਹੀ ਹੋਵੇ, ਇਹ ਵੀ ਤੁਸੀਂ ਉਹਨੂੰ ਸਹੀ ਕਰਨਾ। ਮੇਰੇ ਕੋਲ ਜੋ ਵੀ ਵਰਤਣ ਵਾਲੀਆਂ ਚੀਜ਼ਾਂ ਹਨ, ਦਾਤਾਂ ਹਨ, ਇਹ ਵੀ ਸਹੀ ਤਰ੍ਹਾਂ ਰਹਿਣ, ਇਹ ਵੀ ਮਹਾਰਾਜ ਜੀ ਤੁਸੀਂ ਬਰਕਤ ਪਾਉਣੀ, ਮਿਹਰ ਤੁਸੀਂ ਕਰਨੀ ਹੈ, ਮੇਰੇ ਹੱਥ ਵੱਸ ਨਹੀਂ ਹੈ। ਸੋ ਆਖਰੀ ਪੰਕਤੀ, ਕਹੋ ਨਾਨਕ ਪ੍ਰਭ ਦੀਨ ਦਿਆਲਾ, ਹੇ ਮੇਰੇ ਮਾਲਕ ਸਾਰਿਆਂ ਦੇ ਉੱਪਰ ਦਇਆ ਕਰਨ ਵਾਲੇ ਮੇਰੇ ਮਾਲਕ, ਜਿਉਂ ਭਾਵੈ ਤਿਉਂ ਕਰ ਪ੍ਰਤਪਾਲਾ। ਸੋ ਪ੍ਰਤਪਾਲਾ ਮਤਲਬ ਰਾਖੀ, ਹਿਫਾਜ਼ਤ। ਤੂੰ ਮੇਰੀ ਰਾਖੀ ਕਰ, ਮੇਰੀ ਵਿਕਾਰਾਂ ਤੋਂ ਛੁੱਟੀ ਕਰ, ਮੈਨੂੰ ਮੋਹ ਤੋਂ ਬਾਹਰ ਕੱਢ, ਔਰ ਜਿਵੇਂ ਤੈਨੂੰ ਚੰਗਾ ਲੱਗਦਾ, ਜਿਹੜਾ ਵੀ ਤਰੀਕਾ ਤੂੰ ਚਾਹੁੰਦਾ ਉਹਦੇ ਮੁਤਾਬਕ ਮੈਨੂੰ ਤਾਰ ਲੈ, ਮੋਕੋ ਤਾਰ ਲੈ, ਰਾਮਾ ਤਾਰ ਲੈ। ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਟਲਾ ਬਾਂ ਦੇ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਮਹਾਰਾਜ ਜੀ ਨੇ ਕਿਰਪਾ ਮਿਹਰ ਦਇਆ ਕਰਕੇ ਸੇਵਾ ਲਈ ਹੈ। ਗੁਰੂ ਸਾਹਿਬ ਇਸ ਦਾ ਭਾਵ ਅਰਥ ਸਾਡੇ ਹਿਰਦਿਆਂ ਵਿੱਚ ਵਸਾਉਣ, ਔਰ ਮਹਾਰਾਜ ਜੀ ਸਰਬੱਤ ਦਾ ਭਲਾ, ਸਭ ਨੂੰ ਖੁਸ਼ੀਆਂ, ਤੰਦਰੁਸਤੀਆਂ, ਸਭ ਦੇ ਦੇਸ਼ ਪ੍ਰਦੇਸ਼ ਬੈਠੇ ਬੱਚਿਆਂ ਨੂੰ ਕਾਰੋਬਾਰ, ਤਰੱਕੀਆਂ, ਵਿੱਦਿਆ, ਗੁਰਸਿੱਖੀ ਜੀਵਨ ਬਖਸ਼ੋ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।